ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਇੱਕ ਹੋਰ ਅਹਿਮ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸ਼ਹਿਰ ਦੇ ਜਾਣੇ ਮਾਣੇ ਡਾਕਟਰ ਵੀ ਮੇਰੇ ਨਾਲ ਨੇ, ਜਿਨ੍ਹਾਂ ਨੂੰ ਤੁਸੀਂ ਜਾਣਦੇ ਤਾਂ ਹੋ, ਪਰ ਫਿਰ ਵੀ ਤੁਹਾਡੇ ਨਾਲ ਤਾਰੁਫ ਜ਼ਰੂਰ ਕਰਾਵਾਂਗੇ। ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਟੌਪਿਕ ਕੀ ਹੈ। ਅੱਜ ਦਾ ਉਹ ਟੌਪਿਕ ਹੈ ਜਿਹੜਾ ਕਿ ਆਮ ਤੌਰ 'ਤੇ ਲੋਕ ਉਸ ਦੇ ਨਾਲ ਬਹੁਤ ਜ਼ਿਆਦਾ ਜੂਝਦੇ ਨੇ, ਪਰ ਫਿਰ ਵੀ ਉਹਨਾਂ ਦੀ ਮੁਸ਼ਕਲ ਜਿਹੜੀ ਆ ਉਹ ਛੇਤੀ ਕਿਤਿਆਂ ਹੱਲ ਨਹੀਂ ਹੁੰਦੀ। ਉਹ ਹੈ ਨੀਂਦ ਨਾ ਆਉਣ ਦੀ ਬਿਮਾਰੀ। ਇਸ ਬਾਰੇ ਗੱਲਬਾਤ ਕਰਾਂਗੇ। ਇਸ ਦੇ ਕੀ ਆਸਪੈਕਟਸ ਨੇ, ਕੀ ਮੈਡੀਕਲ ਰੀਜ਼ਨਸ ਨੇ, ਜਾਂ ਕੀ ਮੈਡੀਕਲ ਟਰੀਟਮੈਂਟਸ ਨੇ, ਜਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਟਿਪਸ ਡਾਕਟਰ ਸਾਹਿਬ ਦੇ ਸਕਦੇ ਨੇ ਤੁਹਾਨੂੰ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਕਿਉਂਕਿ ਕਈ ਵਾਰ ਇਹ ਵੀ ਹੁੰਦਾ ਹੈ, ਨੀਮ ਹਕੀਮ ਖਤਰਾ ਜਾਨ, ਕਈ ਵਾਰੀ ਅਸੀਂ ਨੀਂਦ ਦੀਆਂ ਦਵਾਈਆਂ ਤੇ ਲੈਂਦੇ ਹਾਂ, ਪਰ ਉਸਦੇ ਸਾਈਡ ਇਫੈਕਟਸ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਸ ਦੇ ਬਾਰੇ ਆਮ ਤੌਰ 'ਤੇ ਅਸੀਂ ਨਹੀਂ ਜਾਣੂ ਹੁੰਦੇ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਬਹੁਤ ਇੰਟਰਸਟਿੰਗ ਟੌਪਿਕ ਹੈ, ਤੁਹਾਡੇ ਨਾਲ ਸਿੱਧੇ ਤੌਰ 'ਤੇ ਜੁੜਿਆ। ਇਸ ਕਰਕੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ, ਇਸ ਨੂੰ ਪੂਰਾ ਸੁਣਿਓ, ਪੂਰਾ ਦੇਖਿਓ। ਤੁਹਾਡੇ ਵਾਸਤੇ ਬਹੁਤ ਵੱਡੀ ਜਾਣਕਾਰੀ ਜਿਹੜੀ ਲੈ ਕੇ ਅੱਜ ਆਏ ਹਾਂ, ਕਿਉਂਕਿ ਡਾਕਟਰ ਹਰਜੋਤ ਸਿੰਘ ਜਿਹੜੇ ਕਿ ਜਾਣੇ ਮਾਨੇ ਨਿਊਰੋ ਸਾਈਕੈਟਰਿਸਟ ਨੇ, ਉਹ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਰਾਜੇਸ਼ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਾਡੇ ਹਸਪੀਟਲ ਆਏ ਹੋ। ਔਰ ਬੜਾ ਹੀ ਇੰਟਰਸਟਿੰਗ ਟੌਪਿਕ ਹੈ ਜਿਹਦੇ ਉੱਤੇ ਅੱਜ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ। ਔਰ ਇਹ ਸਾਰੇ ਕਿਤੇ ਨਾ ਕਿਤੇ ਮੈਂ ਇਹ ਗੱਲ ਕਹੂੰਗਾ ਕਿ ਕਾਫੀ ਲੋਕਾਂ ਦੇ ਨਾਲ ਜੁੜਿਆ ਹੋਇਆ ਟੌਪਿਕ ਹੈਗਾ, ਕਿਉਂਕਿ ਨੀਂਦ ਦੀ ਬਿਮਾਰੀ ਜਿਹੜੀ ਹੈ ਇਹ ਕਾਫੀ ਕਾਮਨ ਬਿਮਾਰੀ ਹੈਗੀ ਹੈ। ਔਰ ਇਹਦੇ ਨਾਲ ਜੁੜੇ ਹੋਏ ਜਿਹੜੇ ਬਾਕੀ ਬਿਮਾਰੀਆਂ ਨੇ ਜਾਂ ਬਾਕੀ ਇਲਨੈਸਿਸ ਨੇ, ਉਹ ਆਮ ਲੋਕਾਂ ਦੇ ਰੋਜ਼ਮर्रा ਜ਼ਿੰਦਗੀ ਦੇ ਅੰਦਰ ਕਾਫੀ ਪ੍ਰਭਾਵ ਪਾਉਂਦੇ ਨੇ। ਸੋ ਆਪਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਡਿਸਕਸ ਅੱਜ ਕਰਾਂਗੇ ਸਾਰੀਆਂ। ਔਰ ਇੱਕ ਇੱਕ ਕਰਕੇ ਸਾਰੀਆਂ ਇਹਦੇ ਨਾਲ ਜਿਹੜੇ ਜੁੜੇ ਹੋਏ ਤੱਥ ਹੈਗੇ ਨੇ ਉਹਨਾਂ ਨੂੰ ਆਪਾਂ ਡਿਸਕਸ ਕਰਕੇ ਉਹਨਾਂ ਦੇ ਸੁਝਾਅ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਅੱਜ ਦਵਾਂਗੇ ਆਪਾਂ। ਬਿਲਕੁਲ ਡਾਕਟਰ ਸਾਹਿਬ, ਇਹੀ ਆਪਾਂ ਚਾਹਾਂਗੇ ਕਿ ਇਹਦੇ ਬਾਰੇ ਮਿਥਸ ਬਹੁਤ ਨੇ, ਔਰ ਇਹਦੇ ਬਾਰੇ ਬਹੁਤ ਸਾਰੀਆਂ ਭ੍ਰਾਂਤੀਆਂ ਨੇ ਲੋਕਾਂ ਨੂੰ। ਲੋਕ ਦਵਾਈਆਂ ਵੀ ਜਿਹੜੀਆਂ ਵੱਖਰੀਆਂ ਵੱਖਰੀਆਂ ਯੂਜ਼ ਕਰਦੇ ਨੇ। ਇਸੇ ਕਰਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਕਿਉਂਕਿ ਬਹੁਤ ਸਾਰੇ ਕੇਸਿਸ ਅਸੀਂ ਡੇ ਟੂ ਡੇ ਦੇਖਦੇ ਵੀ ਹਾਂ ਕਿ ਜਿਹੜੇ ਆਪਣੇ ਆਪ ਦਵਾਈਆਂ ਲੈ ਕੇ ਜਾਂ ਕਿਸੇ ਤਰੀਕੇ ਨਾਲ ਹੋਰ ਬਿਮਾਰੀਆਂ ਨੂੰ ਛੇੜ ਲੈਂਦੇ ਨੇ, ਜਾਂ ਫਿਰ ਵੀ ਉਹਨਾਂ ਦੀ ਨੀਂਦ ਠੀਕ ਨਹੀਂ ਹੁੰਦੀ। ਇਹੋ ਐਕਸਪਰਟ ਓਪੀਨੀਅਨ ਦੇਣ ਵਾਸਤੇ ਤੁਹਾਡੇ ਰੂਬਰੂ ਹੋਏ ਆ। ਤੇ ਡਾਕਟਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਇਹ ਕੀ ਬਿਮਾਰੀ ਹੈ ਤੇ ਕਿਉਂ ਹੁੰਦੀ ਹੈ। ਨੀਂਦ ਦੀ ਬਿਮਾਰੀ ਜਿਹੜੀ ਹੈਗੀ ਹੈ ਇਹ ਇੱਕ ਅਲਾਮਤ ਹੈ। ਨੀਂਦ ਨਾ ਆਉਣਾ ਜਿਹੜਾ ਹੈਗਾ ਹੈ, ਉਹ ਜਿਹੜੀਆਂ ਅੰਦਰ ਕੁਝ ਪ੍ਰੋਬਲਮਸ ਚੱਲ ਰਹੀਆਂ ਹੁੰਦੀਆਂ ਨੇ ਉਹਦੀ ਇੱਕ ਅਲਾਮਤ ਹੁੰਦੀ ਹੈ। ਜਿਸ ਤਰ੍ਹਾਂ ਬੁਖਾਰ ਆਣਾ ਅੰਦਰ ਕਿਸੇ ਬਾਡੀ ਦੇ ਅੰਦਰ ਇਨਫੈਕਸ਼ਨ ਦੀ ਅਲਾਮਤ ਹੈ, ਯਾਨੀ ਕਿ ਇੱਕ ਸਿੰਪਟਮ ਹੈ। ਸੋ ਨੀਂਦ ਨਾ ਆਉਣਾ ਵੀ ਪਰ ਸੇ ਇੱਕ ਸਿੰਪਟਮ ਹੋ ਸਕਦਾ। ਸੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਅੰਦਰ ਆਪਾਂ ਇਹ ਸਮਝੀਏ ਕਿ ਨੀਂਦ ਨਹੀਂ ਆਉਂਦੀ। ਜਿਵੇਂ ਐਂਗਜ਼ਾਈਟੀ ਹੈ, ਘਬਰਾਹਟ ਰਹਿਣਾ, ਕਿਸੇ ਨੂੰ ਟੈਨਸ਼ਨ ਰਹਿਣਾ, ਘਬਰਾਹਟ ਰਹਿਣਾ, ਸਟ੍ਰੈਸ ਰਹਿਣਾ, ਔਰ ਉਹਦੇ ਕਰਕੇ ਬਾਡੀ ਦੇ ਅੰਦਰ ਚੇਂਜਸ ਆਉਣਾ, ਔਰ ਉਸ ਸਟ੍ਰੈਸ ਦੀ ਵਜ੍ਹਾ ਦੇ ਨਾਲ ਨੀਂਦ ਨਾ ਆਉਣਾ, ਇੱਕ ਇਹ ਬਿਮਾਰੀ ਹੋ ਸਕਦੀ ਹੈ। ਦੂਸਰੇ ਜਿਹੜੀਆਂ ਬਿਮਾਰੀਆਂ ਨਾਲ ਇਹਦੇ ਜੁੜੀਆਂ ਹੋਈਆਂ ਨੇ ਉਹਦੇ ਅੰਦਰ ਡਿਪਰੈਸ਼ਨ ਵੀ ਇੱਕ ਬਿਮਾਰੀ ਹੈਗੀ ਹੈ, ਜਿਹਦੇ ਕਰਕੇ ਨੀਂਦ ਜਿਹੜੀ ਹੈਗੀ ਹੈ ਉਹ ਖਰਾਬ ਹੋ ਜਾਂਦੀ ਹੈ। ਇਸ ਦੇ ਨਾਲ ਨਾਲ ਹੀ ਕਈ ਲੋਕਾਂ ਨੂੰ ਜਿਵੇਂ ਐਲਕੋਹਲ ਲੈਣ ਦੀ ਆਦਤ ਹੈਗੀ ਹੈ, ਜਾਂ ਕੁਛ ਇਹਦੇ ਨਾਲ ਹੋਰ ਕੋਈ ਨਸ਼ੇ ਲੈਣ ਦੀ ਆਦਤ ਹੈਗੀ ਹੈ। ਸੋ ਅਗਰ ਉਹ ਬੰਦਾ ਉਹ ਚੀਜ਼ ਨਹੀਂ ਲੈਂਦਾ, ਉਹਦੇ ਕਰਕੇ ਵੀ ਨੀਂਦ ਨਹੀਂ ਆਉਂਦੀ। ਇਹਦੇ ਨਾਲ ਨਾਲ ਅੱਜ ਕੱਲ੍ਹ ਜਿਵੇਂ ਦੌੜ ਭਰੀ ਜ਼ਿੰਦਗੀ ਹੈਗੀ ਹੈ, ਸਾਡੀ ਲਾਈਫ ਜਿਹੜੀ ਹੈਗੀ ਹੈ ਉਹ ਸਟ੍ਰੈਸ ਦੇ ਨਾਲ ਭਰ ਗਈ ਹੈ ਹਰ ਕਿਸੇ ਦੀ। ਕਾਫੀ ਲੋਕ ਜਿਹੜੇ, ਜੇ ਮੈਂ ਗ੍ਰਹਿਣੀਆਂ ਦੀ ਗੱਲ ਕਰਾਂ ਤੇ ਉਹਨਾਂ ਨੂੰ ਵੀ ਸਟ੍ਰੈਸਸ ਰਹਿੰਦੇ ਨੇ। ਛੋਟੇ ਬੱਚੇ ਨੇ, ਬੱਚਿਆਂ ਨੂੰ ਸਕੂਲ ਦੇ ਐਗਜ਼ਾਮਸ ਦਾ ਸਟ੍ਰੈਸ ਹੈਗਾ। ਜਿਹੜੇ ਲੋਕ ਬਿਜ਼ਨਸ ਕਰ ਰਹੇ ਨੇ, ਬਿਜ਼ਨਸ ਦੇ ਅੰਦਰ ਸਟ੍ਰੈਸ ਹੈਗਾ। ਖਾਸ ਕਰ ਜਦੋਂ ਹੁਣੇ ਕੋਵਿਡ ਵਾਲਾ ਫੇਜ਼ ਆਇਆ ਹੈਗਾ, ਕਾਫੀ ਸਟ੍ਰੈਸਫੁਲ ਫੇਜ਼ ਸਾਰਿਆਂ ਵਾਸਤੇ ਹੀ ਰਿਹਾ ਹੈਗਾ। ਸੋ ਇਸ ਸਟ੍ਰੈਸ ਦੇ ਕਰਕੇ ਔਰ ਵੇਰਿਡ ਜਿਹੜੀਆਂ ਇੰਪਲੀਕੇਸ਼ਨਸ ਆਫ ਸਟ੍ਰੈਸ ਦੇ ਕਰਕੇ ਵੀ ਨੀਂਦ ਦੀ ਜਿਹੜੀ ਹੈਗੀ ਹੈ ਖਰਾਬੀ ਆ ਜਾਂਦੀ ਹੈ। ਇਹਦੇ ਨਾਲ ਨਾਲ ਕਈ ਲੋਕਾਂ ਨੂੰ ਪ੍ਰਾਇਮਰੀ ਇਨਸੋਮਨੀਆ ਹੁੰਦਾ ਹੈ, ਯਾਨੀ ਕਿ ਉਹਨਾਂ ਨੂੰ ਨੀਂਦ ਘੱਟ ਆਉਂਦੀ ਹੈ ਜਾਂ ਨੀਂਦ ਜਿਹੜੀ ਹੈਗੀ ਹੈ ਉਹ ਨਹੀਂ ਆਉਂਦੀ ਕੁਦਰਤੀ ਤੌਰ 'ਤੇ। ਕੁਦਰਤੀ ਤੌਰ ਤੇ। ਇਹਨੂੰ ਪ੍ਰਾਇਮਰੀ ਇਨਸੋਮਨੀਆ ਅਸੀਂ ਕਹਿੰਦੇ ਹਾਂ। ਫਿਰ ਕਈ ਲੋਕ ਹੈਗੇ ਆ ਜਿਹੜੇ ਰਾਤ ਨੂੰ ਕੰਮ ਕਰਦੇ ਆ, ਜਾਂ ਸ਼ਿਫਟ ਵਰਕਰਸ ਹੈਗੇ ਨੇ, ਜਿਸ ਤਰ੍ਹਾਂ ਹਸਪੀਟਲ ਦਾ ਸਟਾਫ ਸਮਝ ਲਓ, ਕਿਉਂਕਿ ਸ਼ਿਫਟਸ ਕੰਮ ਕਰਦੇ ਨੇ। ਮਾਰਨਿੰਗ ਡਿਊਟੀ ਕਰ ਰਿਹਾ, ਕੋਈ ਆਫਟਰਨੂਨ ਕਰ ਰਿਹਾ, ਕੋਈ ਈਵਨਿੰਗ ਡਿਊਟੀ ਔਰ ਨਾਈਟ ਡਿਊਟੀ ਕਰ ਰਹੇ ਹੈਗੇ। ਸੋ ਇਸ ਤਰੀਕੇ ਉਹਨਾਂ ਦੀ ਸ਼ਿਫਟ ਚੇਂਜ ਹੁੰਦੀ ਹੈ। ਜਿਵੇਂ ਸਿਕਿਉਰਿਟੀ ਪੀਪਲ ਹੈਗੇ ਨੇ, ਉਹਨਾਂ ਦੀਆਂ ਸ਼ਿਫਟਾਂ ਚੇਂਜ ਹੁੰਦੀਆਂ ਨੇ। ਸੋ ਸ਼ਿਫਟ ਵਰਕਰ ਜਿਹੜੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਹੋ ਜਾਂਦਾ ਹੈਗਾ। ਫਿਰ ਜਿਹੜੇ ਕੁਝ ਕਾਰਨ ਬਣਦੇ ਹੈਗੇ ਨੇ, ਜਿਵੇਂ ਕੋਈ ਹੋਰ ਬਿਮਾਰੀ ਆ ਗਈ, ਫੀਵਰ ਆ ਗਿਆ, ਯਾਨੀ ਆਰਗੈਨਿਕ ਇਲਨੈਸਿਸ ਹੋਰ ਆ ਗਈਆਂ, ਤੇ ਉਹਦੇ ਕਾਰਨ ਵੀ ਜਿਹੜਾ ਹੈਗਾ ਨੀਂਦ ਨਾ ਆਉਣਾ ਉਹਦਾ ਇੱਕ ਪਾਰਟ ਐਂਡ ਪਾਰਸਲ ਆਫ ਦੀ ਸਿੰਪਟੋਮੈਟੋਲੋਜੀ ਹੋ ਸਕਦਾ ਹੈਗਾ।
ਹੁਣ ਆਪਾਂ ਵੇਰੀਡ ਸਿੰਪਟਮਸ ਦੀ ਗੱਲ ਕਰ ਰਹੇ ਹੈਗੇ ਆ, ਸੋ ਇਹਦੇ ਅੰਦਰ ਇਹ ਵੀ ਹੋ ਸਕਦਾ ਹੈ ਕਿ ਕਿਸੇ ਨੂੰ ਨੀਂਦ ਜਿਹੜੀ ਹੈ ਅਨਫੁਲਫਿਲਿੰਗ ਆ ਰਹੀ ਹੈ, ਯਾਨੀ ਕਿ ਨੀਂਦ ਆ ਰਹੀ ਹੈ ਪਰ ਡ੍ਰੀਮਸ ਜ਼ਿਆਦਾ ਆਉਂਦੀਆਂ ਨੇ, ਜਾਂ ਡੀਪ ਸਲੀਪ ਨਹੀਂ ਆਉਂਦੀ ਹੈਗੀ, ਸਵੇਰੇ ਉੱਠਦੇ ਨੇ ਫਰੈਸ਼ ਨਹੀਂ ਫੀਲ ਕਰਦੇ ਹੈਗੇ। ਕਈਆਂ ਨੂੰ ਲੇਟ ਨੀਂਦ ਆਉਂਦੀ ਹੈ ਔਰ ਉਹ ਲੇਟ ਉੱਠਦੇ ਨੇ, ਤੇ ਕਈਆਂ ਨੂੰ ਇਹ ਸਮਝ ਲਓ ਕਿ ਸਵੇਰੇ ਜਲਦੀ ਜਾਗ ਖੁੱਲ ਜਾਂਦੀ ਹੈਗੀ ਆ। ਸੋ ਇਹ ਸਾਰੀਆਂ ਸਿੰਪਟੋਮਟੋਲੋਜੀ ਜਿਹੜੀ ਹੈਗੀ ਹੈ, ਇਹ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਉੱਤੇ ਕਾਫੀ ਅਫੈਕਟ ਕਰਦੀ ਹੈ। ਨੀਂਦ ਸਾਡੀ ਲਾਈਫ ਦਾ 1/3 ਹਿੱਸਾ ਹੈਗਾ। 24 ਘੰਟੇ ਚੋਂ 8 ਘੰਟੇ ਦੀ ਨੀਂਦ ਜਿਹੜੀ ਹੈ ਉਹ ਜ਼ਰੂਰੀ ਹੈ। ਸੋ 1/3 ਹਿੱਸਾ ਜਿਹੜਾ ਹੈਗਾ ਉਹ ਅਸੀਂ ਸੌਂ ਕੇ ਬਿਤਾਉਂਦੇ ਹਾਂ, ਔਰ ਨੀਂਦ ਦੇ ਨਾਲ ਸਾਡੇ ਮਾਈਂਡ ਨੂੰ ਰਿਫਰੈਸ਼ਮੈਂਟ ਮਿਲਦੀ ਹੈ, ਸਾਡੀ ਬਾਡੀ ਨੂੰ ਰਿਫਰੈਸ਼ਮੈਂਟ ਮਿਲਦੀ ਹੈ, ਜਿਹੜੇ ਬ੍ਰੇਨ ਦੇ ਨਿਊਰੋਕੈਮੀਕਲਸ ਹੈਗੇ ਨੇ ਉਹਨਾਂ ਦੀ ਰਿਪਲੈਨਿਸ਼ਮੈਂਟ ਹੁੰਦੀ ਹੈਗੀ ਹੈ, ਸਾਨੂੰ ਰੈਸਟ ਮਿਲਣ ਦੇ ਨਾਲ ਨਾਲ ਮੈਮਰੀ ਫਾਰਮੇਸ਼ਨ ਹੁੰਦੀ ਹੈ ਸਾਡੇ ਬ੍ਰੇਨ ਦੇ ਅੰਦਰ। ਸੋ ਕਾਫੀ ਜ਼ਿਆਦਾ ਰੋਲ ਜਿਹੜਾ ਹੈਗਾ ਹੈ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਅੰਦਰ ਨੀਂਦ ਦਾ ਹੈਗਾ। ਸੋ ਅਗਰ ਨੀਂਦ ਖਰਾਬ ਹੁੰਦੀ ਹੈ ਔਰ ਸਾਡੀ ਜਿਹੜੀ ਬਾਕੀ ਲਾਈਫ ਆ ਉਹ ਇਹਦੇ ਨਾਲ ਅਫੈਕਟ ਹੋ ਜਾਣੀ ਸ਼ੁਰੂ ਹੁੰਦੀ ਹੈ। ਸੋ ਸ਼ੁਰੂ 'ਚ ਅਗਰ ਗੱਲ ਕਰਾਂ ਕਿ 1-2 ਦਿਨ ਕਿਸੇ ਨੂੰ ਨੀਂਦ ਨਹੀਂ ਆਉਂਦੀ, ਤਾਂ ਉਸ ਬੰਦੇ ਦਾ ਸੁਭਾਅ ਜਿਹੜਾ ਹੈ ਚਿੜਚਿੜਾ ਹੋ ਜਾਂਦਾ, ਉਹਦੀ ਅਟੈਂਸ਼ਨ ਤੇ ਕਨਸੈਂਟਰੇਸ਼ਨ ਜਿਹੜੀ ਹੈ ਉਹਦੇ ਤੇ ਫਰਕ ਪੈਣਾ ਸ਼ੁਰੂ ਹੋ ਜਾਂਦਾ। ਉਹਨੂੰ ਲਾਈਫ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਲਾਈਫ ਮੇਰੀ ਠੀਕ ਨਹੀਂ ਚੱਲ ਰਹੀ ਹੈਗੀ। ਕਿਤੇ ਨਾ ਕਿਤੇ ਉਸ ਨੂੰ ਇਸ ਚੀਜ਼ ਦਾ ਦੁਸ਼ਪ੍ਰਭਾਵ ਜਿਹੜਾ ਹੈਗਾ ਉਹ 1-2 ਦਿਨਾਂ 'ਚ ਹੀ ਫੀਲ ਹੋਣਾ ਸਟਾਰਟ ਹੋ ਜਾਂਦਾ। ਚੀਜ਼ਾਂ 'ਚ ਇੰਟਰਸਟ ਨਹੀਂ ਰਹਿੰਦਾ ਬੰਦੇ ਨੂੰ, ਮਨ ਉਦਾਸ ਹੋ ਜਾਂਦਾ ਬੰਦੇ ਦਾ, ਇੰਟਰੈਕਟ ਕਰਨ ਦਾ ਦਿਲ ਨਹੀਂ ਕਰਦਾ ਕਿਸੇ ਦੇ ਨਾਲ, ਔਰ ਫਰੈਸ਼ਨੈਸ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਹੈ, ਨੀਂਦ ਨਾ ਆਉਣ ਦੇ ਕਰਕੇ ਜਿਹੜੇ ਇਮੀਡੀਏਟ ਇਫੈਕਟ ਸਾਡੇ ਬਾਡੀ ਦੇ ਅੰਦਰ ਆਉਂਦੇ ਨੇ। ਜੇ ਥੋੜਾ ਹੋਰ ਸਮਾਂ ਪੈ ਜਾਏ ਤੇ ਫਿਰ ਮੂਡ ਦੀਆਂ ਡਿਸਟਰਬੈਂਸਿਸ ਜਿਵੇਂ ਡਿਪਰੈਸ਼ਨ ਹੈਗਾ ਉਹ ਵੱਧ ਜਾਂਦਾ ਹੈਗਾ, ਜਾਂ ਐਂਗਜ਼ਾਈਟੀ ਰਹਿਣ ਲੱਗ ਪੈਂਦੀ ਹੈ ਕਈ ਲੋਕਾਂ ਨੂੰ। ਕਈ ਲੋਕਾਂ ਦੇ ਜਿਹੜੇ ਜਿਹਨੂੰ ਜਨਰਲਾਈਜ਼ਡ ਐਂਗਜ਼ਾਈਟੀ ਕਹਿ ਦਿੰਦੇ ਆ, ਹਰ ਚੀਜ਼ ਦਾ ਹੀ ਫੀਅਰ ਆਉਣ ਲੱਗ ਪੈਂਦਾ ਮਨ ਦੇ ਅੰਦਰ, ਇਹ ਉਸਦੇ ਅਗਲੀ ਸਟੇਜ ਹੈਗੀ ਹੈ। ਕੁਝ ਸਮਾਂ ਹੋਰ ਜਦੋਂ ਬੀਤਦਾ ਹੈਗਾ ਫਿਰ ਸਾਈਕੋਟਿਕ ਸਿੰਪਟਮਸ ਜਿਹੜੇ ਹੈਗੇ ਨੇ ਉਹ ਆਉਣ ਲੱਗ ਪੈਂਦੇ ਆ, ਡੀਰੀਅਲਾਈਜੇਸ਼ਨ ਵੀ ਆ ਜਾਂਦੀ ਹੈ, ਡੀਪਰਸਨਲਾਈਜੇਸ਼ਨ ਵੀ ਕਈਆਂ ਨੂੰ ਫੀਲ ਹੁੰਦੀ ਹੈ ਜਦੋਂ ਨੀਂਦ ਜਿਹੜੀ ਹੈਗੀ ਆ ਉਹ ਲੰਮੇ ਸਮੇਂ 'ਚ ਨਹੀਂ ਆਉਂਦੀ ਲੋਕਾਂ ਨੂੰ। ਡਾਕਟਰ ਸਾਹਿਬ, ਇਹ ਨਿਯਮਤ ਜਿਹੜੀ ਆ ਹਰ ਇੱਕ ਨੂੰ ਨਹੀਂ ਮਿਲਦੀ, ਫਿਰ ਵੀ ਮਤਲਬ ਆ ਜਿਹੜੇ ਤੁਸੀਂ ਜਿੰਨੇ ਵੀ ਦੱਸੇ ਆ ਹਨਾ ਕਾਰਨ ਹੋ ਸਕਦੇ ਨੇ ਜਿਹੜੇ। ਹੁਣ ਜਦੋਂ ਤੁਸੀਂ ਤੁਹਾਡੇ ਕੋਲ ਪੇਸ਼ੈਂਟਸ ਹੁੰਦੇ ਨੇ ਮੋਸਟਲੀ ਬਹੁਤ ਸਲੀਪ ਡਿਸਆਰਡਰ ਨਾਲ ਹੁੰਦੇ ਨੇ ਤੁਹਾਡੇ ਕੋਲ ਪੇਸ਼ੈਂਟਸ, ਅਤੇ ਤੁਸੀਂ ਬੇਸਿਕਲੀ ਜਦੋਂ ਦਾ ਟਰੀਟਮੈਂਟ ਕਰਦੇ ਹੋ ਕਿ ਉਹਨੂੰ ਸਲੀਪਿੰਗ ਪਿਲਸ ਵਗੈਰਾ ਦਿੱਤੀਆਂ ਜਾਂਦੀਆਂ ਨੇ, ਕਿ ਜਾਂ ਉਹ ਜਿਹੜੀ ਜਿਸ ਬਿਮਾਰੀ ਨਾਲ ਉਹ ਗ੍ਰਸਤ ਹੈ ਉਸ ਵੇਲੇ ਤੁਹਾਡੇ ਕੋਲ ਆਉਂਦਾ, ਫਿਰ ਤੁਸੀਂ ਕਿਵੇਂ ਉਸ ਨੂੰ ਵੇਖਦੇ ਹੋ? ਦੇਖੋ, ਅਗਰ ਮੈਂ ਸਿਮਟੋਮਟੋਲੋਜੀ ਦੀ ਗੱਲ ਕੀਤੀ ਆ ਹੁਣੇ, ਕਿ ਬੜੀ ਵੇਰਿਡ ਸਿਮਟੋਮਟੋਲੋਜੀ ਹੈ ਇਸ ਦੀ, ਇਹਦੇ ਕਾਰਨ ਵੀ ਉਨੇ ਹੀ ਬਹੁਪੱਖੀ ਨੇ। ਸੋ ਵੇਰਿਡ ਕਾਰਨ ਨੇ। ਸੋ ਜਦ ਤੱਕ ਅਸੀਂ ਕਾਰਨਾਂ ਦਾ ਆਈਡੈਂਟੀਫਿਕੇਸ਼ਨ ਨਹੀਂ ਕਰਦੇ, ਉਹਦਾ ਕਾਰਨ ਨਹੀਂ ਲੱਭਦੇ ਨੀਂਦ ਦਾ, ਤਦ ਤੱਕ ਨੀਂਦ ਦੀ ਗੋਲੀ ਦੇਣਾ ਜਿਹੜਾ ਹੈਗਾ ਉਹ ਇੱਕ ਆਰਜੀ ਹੱਲ ਆ। ਸੈਡਲੀ ਕਾਫੀ ਲੋਕ ਇਸੇ ਤਰ੍ਹਾਂ ਹੀ ਕਰਦੇ ਨੇ ਕਿ ਕਿਸੇ ਨੂੰ ਨੀਂਦ ਨਹੀਂ ਆ ਰਹੀ, ਕਦੀ ਐਲਪ੍ਰੈਕਸ ਦੇ ਦਿੱਤੀ ਜਾਂ ਇਸ ਤਰ੍ਹਾਂ ਦੀਆਂ ਹੋਰ ਕਾਫੀ ਸਾਰੀਆਂ ਦਵਾਈਆਂ, ਐਂਗਜ਼ਿਟ ਵਗੈਰਾ ਕਾਫੀ ਸਾਰੀਆਂ ਦਵਾਈਆਂ ਹੈਗੀਆਂ, ਉਹ ਦਵਾਈਆਂ ਦੇ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦ ਤੱਕ ਅਸੀਂ ਕਾਰਨ ਨੂੰ ਕਰੈਕਟ ਨਹੀਂ ਕਰਦੇ, ਉਹ ਇੱਕ ਪਹਿਲੀ ਗੱਲ ਤੇ ਆਰਜੀ ਹੈ, ਔਰ ਕਿਤੇ ਨਾ ਕਿਤੇ ਉਹ ਚੀਜ਼ ਉਹਨਾਂ ਦੀ ਸਿਹਤ ਵਾਸਤੇ, ਉਹਨਾਂ ਦੇ ਦਿਮਾਗ ਦੇ ਵਾਸਤੇ ਉਹ ਡੈਟਰੀਮੈਂਟਲ ਯਾਨੀ ਕਿ ਖਰਾਬ ਵੀ ਕਰ ਸਕਦੀ ਹੈ, ਅੱਗੋਂ ਵਰਸਨ ਵੀ ਕਰ ਸਕਦੀ ਹੈ। ਇਹੀ ਗੱਲ ਕਰਨਾ ਚਾਹੁੰਦਾ ਸੀ ਡਾਕਟਰ ਸਾਹਿਬ, ਇਹ ਆਮ ਤੁਸੀਂ ਤੇ ਹੁਣ ਕਿਸੇ ਨੂੰ ਦਓਗੇ ਆਪਣੇ, ਮਤਲਬ ਤੁਹਾਡੀ ਸਟੱਡੀ ਆ ਸਾਰੀ ਹੈ ਨਾ, ਉਸ ਮੁਤਾਬਕ ਦਓਗੇ ਦਵਾਈ, ਪਰ ਆਮ ਮੈਂ ਦੇਖਿਆ ਕਿ ਜਿਹਨੂੰ ਨਹੀਂ ਨੀਂਦ ਆਉਂਦੀ ਉਹ ਕੋਈ ਇੱਕੋ ਹੀ ਹੱਲ ਹੈ ਕਿ ਬਾਜ਼ਾਰੋਂ ਕਿਸੇ ਤਰੀਕੇ ਨਾਲ, ਹਜੇ ਕੋਈ ਦਵਾਈਆਂ ਲੈਣੀਆਂ ਔਖੀਆਂ ਨੇ ਪਰ ਕਿਸੇ ਤਰੀਕੇ ਨਾਲ ਲੈ ਲੈਂਦੇ ਨੇ, ਲੈ ਕੇ ਤੇ ਆਪਣੇ ਆਪ ਜਿਹੜੀ ਸੈਲਫ ਮੈਡੀਕੇਸ਼ਨ ਕਰਦੇ ਨੇ। ਦੇਖੋ, ਸਰਕਾਰ ਨੇ ਕਾਫੀ ਪੁਖਤਾ ਕਦਮ ਇਹਦੇ ਤੇ ਰੀਸੈਂਟਲੀ ਚੁੱਕੇ ਨੇ, ਅਗਰ ਪਿਛਲੇ 2-3 ਸਾਲ ਦੀ ਗੱਲ ਕਰਾਂ, ਕਿਉਂਕਿ ਇਹ ਪ੍ਰੋਬਲਮ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਜਿਹੜੀਆਂ ਸਲੀਪਿੰਗ ਪਿਲਸ ਨੇ ਔਰ ਜਿਹੜੀਆਂ ਇਹ ਵਾਲੀਆਂ ਇਹੋ ਜਿਹੀਆਂ ਗੋਲੀਆਂ ਹੈਗੀਆਂ ਨੇ, ਇਹ ਜਿਹੜੀਆਂ ਇਹਦੇ ਤੇ ਰੋਕਥਾਮ ਹੋਣੀ ਚਾਹੀਦੀ ਹੈ। ਸੋ ਸਰਕਾਰ ਨੇ ਕੀ ਕੀਤਾ ਹੈ, ਇਹਨਾਂ ਨੂੰ ਕੈਟਾਗਰਾਈਜ਼ ਕਰ ਦਿੱਤਾ ਸ਼ਡਿਊਲ H1 ਦੇ ਅੰਦਰ, ਔਰ ਜਿਹੜਾ ਕੁਛ ਨੂੰ NDPS 'ਚ ਵੀ ਪਾਇਆ ਹੈਗਾ। ਸੋ ਸਰਕਾਰ ਦੀ ਇਹ ਮਨਸ਼ਾ ਹੈ ਕਿ ਲੋਕ ਸੈਲਫ ਮੈਡੀਕੇਟ ਨਾ ਕਰਨ। ਸੋ ਇਹ ਬੜਾ, ਮੈਂ ਕਹੂੰਗਾ ਬਹੁਤ ਹੀ ਸ਼ਲਾਘਾਯੋਗ ਔਰ ਬੜਾ ਅੱਛਾ ਕਦਮ ਹੈਗਾ ਇਨ ਅ ਗੁੱਡ ਡਾਇਰੈਕਸ਼ਨ, ਤਾਂ ਕਿ ਲੋਕ ਜਿਹੜੇ ਹੈਗੇ ਉਹ ਆਪਣਾ ਟ੍ਰੀਟਮੈਂਟ ਕਰਾਉਣ, ਨਾ ਕਿ ਜਦੋਂ ਨੀਂਦ ਨਹੀਂ ਆ ਰਹੀ ਤੇ ਜਾ ਕੇ ਗੋਲੀ ਲੈ ਲਈ।
ਸੋ ਨੀ ਸਭ ਤੋਂ ਪਹਿਲਾਂ ਮੈਂ ਇਹਦੀ ਇਹੀ ਗੱਲ ਕਹੂੰਗਾ ਕਿ ਇੱਕ ਪ੍ਰੋਪਰ ਜਿਹੜੀ ਕਿਸੇ ਮਾਹਿਰ ਡਾਕਟਰ ਦੇ ਕੋਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਨੀਂਦ ਕਿਉਂ ਨਹੀਂ ਆ ਰਹੀ। ਹੁਣ ਜੇ ਮੰਨ ਲਓ ਕਿਸੇ ਨੂੰ ਬੁਖਾਰ ਆ ਰਿਹਾ ਔਰ ਸਿਰਫ ਉਹ ਬੁਖਾਰ ਦੀ ਗੋਲੀ ਖਾ ਰਿਹਾ ਹੈ ਔਰ ਉਹ ਟੈਸਟ ਨਹੀਂ ਕਰਵਾ ਰਿਹਾ, ਤੇ ਉਹਦੇ ਕਈ ਵਾਰੀ ਦੁਸ਼ਪ੍ਰਭਾਵ ਵੀ ਹੋ ਸਕਦੇ ਨੇ। ਕਿਸੇ ਨੂੰ ਟਾਈਫਾਇਡ ਹੈਗਾ ਤੇ ਉਹ ਇਕੱਲਾ ਪੈਰਾਸੀਟਾਮੋਲ ਅਗਰ ਖਾ ਰਿਹਾ ਤੇ ਉਹਦੇ ਨਾਲ ਉਹਨੂੰ ਦਿੱਕਤ ਅੰਦਰ ਹੀ ਅੰਦਰ ਵੱਧ ਵੀ ਸਕਦੀ ਹੈ ਜਦ ਤੱਕ ਉਹ ਮਾਹਿਰ ਡਾਕਟਰ ਕੋਲ ਨਹੀਂ ਜਾਂਦਾ। ਇਸੇ ਤਰੀਕੇ ਜੇ ਸਿਰਫ ਅਸੀਂ ਨੀਂਦ ਦੀ ਗੋਲੀ ਲੈ ਰਹੇ ਹੈਗੇ ਆ ਔਰ ਪ੍ਰੋਪਰ ਉਸ ਦਾ ਅਸੀਂ ਟ੍ਰੀਟਮੈਂਟ ਨਹੀਂ ਕਰ ਰਹੇ, ਸੋ ਇਸ ਦੇ ਕਈ ਵਾਰੀ ਦੁਸ਼ਪ੍ਰਭਾਵ ਵੀ ਹੋ ਸਕਦੇ ਨੇ। ਦੁਸ਼ਪ੍ਰਭਾਵ ਦੇਖਣ ਨੂੰ ਮਿਲਦੇ ਵੀ ਨੇ। ਮੇਰੇ ਕੋਲ ਕਾਫੀ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਾਫੀ ਸਾਲਾਂ ਤੋਂ ਐਲਪ੍ਰੈਕਸ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਟੈਬਲੇਟਸ ਜਿਹੜੀਆਂ ਹੈਗੀਆਂ ਨੇ, ਹੋਰ ਕਾਫੀ ਸਾਰੀਆਂ ਟੈਬਲੇਟਸ ਨੇ, ਉਹ ਟੈਬਲੇਟਸ ਜਿਹੜੀਆਂ ਉਹਨੂੰ ਅਬਿਊਜ਼ ਕਰ ਰਹੇ ਹੁੰਦੇ ਨੇ। ਸੋ ਅਬਿਊਜ਼ ਇਸ ਕਰਕੇ ਕਰ ਰਹੇ ਹੁੰਦੇ ਆ ਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕਿਤੇ ਕਿਸੇ ਟਾਈਮ ਤੇ ਪ੍ਰੈਸਕ੍ਰਾਈਬ ਕੀਤੀ ਗਈ ਹੁੰਦੀ ਹੈ, ਫਿਰ ਉਹ ਹੌਲੀ ਹੌਲੀ ਉਸ ਨੂੰ ਲੱਗਦਾ ਹੈ ਕਿ ਮੈਨੂੰ ਇਹਦੇ ਨਾਲ ਨੀਂਦ ਆ ਰਹੀ ਹੈ। ਪ੍ਰਾਇਮਰੀ ਕਾਜ਼ ਨੂੰ ਆਇਡੈਂਟੀਫਾਈ ਨਹੀਂ ਕਰਦੇ। ਪ੍ਰਾਇਮਰੀ ਕਾਜ਼ ਠੀਕ ਹੁੰਦਾ ਨਹੀਂ ਹੈ, ਕਿਉਂਕਿ ਨੀਂਦ ਦੀ ਗੋਲੀ ਨੇ ਪ੍ਰਾਇਮਰੀ ਕਾਜ਼ ਨੂੰ ਕਦੀ ਵੀ ਨਹੀਂ ਠੀਕ ਕਰਨਾ। ਸੋ ਪ੍ਰਾਇਮਰੀ ਕਾਜ਼ ਠੀਕ ਨਹੀਂ ਹੁੰਦਾ, ਔਰ ਪ੍ਰਾਇਮਰੀ ਕਾਜ਼ ਦਾ ਨਾ ਠੀਕ ਹੋਣਾ ਵੀ ਇੱਕ ਪ੍ਰੋਬਲਮ ਹੈ ਕਿ ਜੇ ਕਿਸੇ ਨੂੰ ਡਿਪਰੈਸ਼ਨ ਹੈ, ਉਸ ਦੀ ਐਕਸੈਪਟੈਂਸ ਜਿਹੜੀ ਹੈਗੀ ਹੈ ਲੋਕਾਂ 'ਚ ਹੁਣ ਬਹੁਤ ਆ ਗਈ ਹੈ। ਲੋਕ ਐਕਸੈਪਟ ਕਰਦੇ ਨੇ ਕਿ ਉਹਨਾਂ ਨੂੰ ਇਹ ਪ੍ਰੋਬਲਮ ਚੱਲ ਰਹੀ ਹੈ, ਜਾਂ ਸਟ੍ਰੈਸ ਹੈਗਾ, ਜਾਂ ਐਂਗਜ਼ਾਇਟੀ ਹੈਗੀ ਹੈ, ਜਾਂ ਐਂਗਜ਼ਾਇਟੀ ਡਿਸਆਰਡਰਸ ਹੈਗੇ ਆ, ਕਿਸੇ ਨੂੰ ਮੰਨ ਲਓ OCD ਹੈਗੀ ਹੈ। ਸੋ ਉਹ ਲੋਕ ਐਕਸੈਪਟ ਕਰਕੇ ਅੱਜ ਆਉਂਦੇ ਨੇ ਔਰ ਮਾਹਿਰ ਡਾਕਟਰ ਦੀ ਸਲਾਹ ਵੀ ਲੈਂਦੇ ਨੇ। ਪਰ ਨੀਂਦ ਦੇ ਕਰਕੇ ਕਈ ਵਾਰੀ ਉਹ ਟੋਟਕੇ ਜਿਵੇਂ ਕਹਿ ਲਓ ਕਿ ਉਹ ਕਰ ਲੈਂਦੇ ਨੇ। ਸੋ ਆਪਾਂ ਨੂੰ ਪ੍ਰਾਇਮਰੀ ਜਿਹੜਾ ਕਾਜ਼ ਹੈਗਾ ਉਸ ਨੂੰ ਆਇਡੈਂਟੀਫਾਈ ਕਰਕੇ ਉਸ ਦੀ ਇੱਕ ਮਾਹਿਰ ਡਾਕਟਰ ਕੋਲੋਂ ਟ੍ਰੀਟਮੈਂਟ ਕਰਾਉਣੀ ਚਾਹੀਦੀ। ਇਸ ਦੇ ਨਾਲ ਨਾਲ ਹੀ ਕੁਝ ਟਿਪਸ ਦੇਣੇ ਚਾਹੂੰਗਾ ਕਿ ਨੀਂਦ ਜਿਹੜੀ ਹੈਗੀ ਹੈ, ਅੱਛੀ ਨੀਂਦ ਸਾਨੂੰ ਕਿਸ ਤਰ੍ਹਾਂ ਆ ਸਕਦੀ ਹੈ। ਸੋ ਇਹਦੇ ਟਿਪਸ ਜਿਹੜੇ ਹੁੰਦੇ ਨੇ ਉਹ ਸਲੀਪ ਹਾਈਜੀਨ ਨੂੰ ਰਿਲੇਟਡ ਹੁੰਦੇ ਨੇ। ਸਲੀਪ ਹਾਈਜੀਨ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ ਸੌਣ ਦਾ ਤਰੀਕਾ ਹੈਗਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਿਹੜਾ ਤੁਹਾਡਾ ਰੂਮ ਹੈਗਾ ਉਸ ਦੇ ਅੰਦਰ ਤੁਸੀਂ ਜਾਣਾ ਹੀ ਉਦੋਂ ਹੈ ਜਦੋਂ ਤੁਸੀਂ ਸੌਣਾ ਹੈ। ਪਹਿਲਾਂ ਉੱਥੇ ਲੇਟ ਕੇ ਕਈ ਲੋਕ ਉੱਥੇ ਹੀ ਖਾਣਾ ਖਾਂਦੇ ਨੇ, ਉੱਥੇ ਹੀ ਟੀਵੀ ਦੇਖ ਰਹੇ ਹੁੰਦੇ ਨੇ, ਉੱਥੇ ਹੀ ਸਾਰਾ ਕੁਝ ਕਰ ਰਹੇ ਹੁੰਦੇ। ਸੋ ਇਟ ਇਜ਼ ਨਾਟ ਅ ਹੈਲਦੀ ਮੈਥਡ। ਆਪਣੇ ਕਮਰੇ 'ਚ ਰਿਟਾਇਰ ਹੀ ਉਦੋਂ ਹੋਵੋ, ਜਾਓ ਹੀ ਉਦੋਂ ਜਦੋਂ ਤੁਸੀਂ ਸੌਣਾ ਚਾਹੁੰਦੇ ਹੋ। ਆਪਣਾ ਸੌਣ ਦਾ ਔਰ ਜਾਗਣ ਦਾ ਇੱਕ ਸ਼ੈਡਿਊਲ ਜਿਹੜਾ ਹੈਗਾ ਉਸ ਨੂੰ ਫਿਕਸ ਕਰੋ। ਤੀਸਰਾ, ਜਦੋਂ ਤੁਸੀਂ ਸੌਣਾ ਹੈ ਉਦੋਂ ਯੂਜੂਲੀ ਲੋਕ ਗਰਮ ਦੁੱਧ ਲੈ ਲੈਂਦੇ ਹੈਗੇ ਆ, ਜਾਂ ਕੁਝ ਇਸ ਤਰ੍ਹਾਂ ਦਾ ਕੋਈ ਗਰਮ ਬੈਵਰੇਜ ਲੈਂਦੇ, ਵਾਰਮ ਮਿਲਕ, ਵਾਰਮ ਵਾਟਰ ਔਰ ਵਟਐਵਰ ਵਿਚ ਇਜ਼ ਵਾਰਮ ਐਂਡ ਵਿਚ ਗਿਵਸ ਯੂ ਗੁੱਡ ਸਲੀਪ। ਚੌਥਾ ਹੈਗਾ, ਸੌਣ ਤੋਂ ਪਹਿਲਾਂ ਤੁਸੀਂ ਕੋਈ ਰਿਲੈਕਸਿੰਗ ਮਿਊਜ਼ਿਕ ਜਾਂ ਕੋਈ ਬੁੱਕ ਇਹੋ ਜਿਹੀ ਤੁਸੀਂ ਪੜ੍ਹੋ ਜਿਹਦੇ ਨਾਲ ਤੁਹਾਡਾ ਮਾਈਂਡ ਰਿਫਰੈਸ਼ ਹੋਵੇ, ਨਾ ਕਿ ਟੈਲੀਵਿਜ਼ਨ ਵੇਖੋ। ਹੁਣ ਅੱਜ ਕੱਲ ਮੈਂ ਇਹ ਚੀਜ਼ ਬਹੁਤ ਨੋਟ ਕੀਤੀ ਹੈ ਕਿ ਲੋਕਾਂ ਦਾ ਜਿਹੜਾ ਸਲੀਪ ਵੇਕ ਸਾਈਕਲ ਖਰਾਬ ਹੋਣ ਦਾ ਕਾਰਨ ਟੈਲੀਵਿਜ਼ਨ ਬਹੁਤ ਵੱਡਾ ਕਾਰਨ ਹੈਗਾ। ਇਸ ਦੇ ਨਾਲ ਨਾਲ ਹੀ ਅਗਰ ਕੋਈ ਕਿਸੇ ਨੂੰ ਸਲੀਪ 2-4 ਦਿਨ ਨਹੀਂ ਆਈ, ਉਹ ਗਰਮ ਪਾਣੀ ਦੇ ਨਾਲ ਨਹਾ ਲੈਂਦੇ ਨੇ ਸੌਣ ਤੋਂ ਪਹਿਲਾਂ, ਵਾਰਮ ਵਾਟਰ ਬਾਥ ਲੈ ਲੈਂਦੇ ਆ, ਤੇ ਉਹ ਉਹਨਾਂ ਨੂੰ ਨੀਂਦ ਕਾਫੀ ਗੂੜੀ ਔਰ ਕਾਫੀ ਅੱਛੀ ਰਿਫਰੈਸ਼ਿੰਗ ਸਲੀਪ ਆਉਂਦੀ ਹੈਗੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਸ਼ਿਫਟ ਵਰਕਰਸ ਹੈਗੇ ਨੇ ਉਹਨਾਂ ਦੇ ਲਈ ਬੜੀਆਂ ਅੱਛੀਆਂ ਕੁਝ ਮੈਡੀਸਿਨਸ ਹੈਗੀਆਂ, ਜਿਸ ਤਰ੍ਹਾਂ ਮੈਲਾਟੋਨਿਨ ਆ, ਜਾਂ ਸੇਫਰ ਮੈਡੀਕੇਸ਼ਨਸ ਜਿਹੜੀਆਂ ਹੈਗੀਆਂ ਨੇ, ਉਹ ਮੈਡੀਕੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਬੜਾ ਹੈਲਪ ਕਰਦੀਆਂ। ਮੈਂ ਬੈਂਜ਼ੋਡਾਈਜ਼ੀਪੀਨਸ ਕੈਟਾਗਰੀ ਆਫ ਮੈਡੀਸਿਨਸ ਜਿਹੜੀਆਂ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਉਹਦੇ ਬਹੁਤ ਜ਼ਿਆਦਾ ਫੇਵਰ 'ਚ ਨਹੀਂ ਹੈਗਾ, ਕਿਉਂਕਿ ਬੈਂਜ਼ੋਡਾਈਜ਼ੀਪੀਨਸ ਜਿਹੜੀਆਂ ਹੈਗੀਆਂ ਇਹ ਸਾਡੇ ਬ੍ਰੇਨ ਦੇ ਸੈੱਲਾਂ ਨੂੰ ਕਿਤੇ ਨਾ ਕਿਤੇ ਜਿਹੜਾ ਨਿਊਰੋਕੈਮੀਕਲ ਬੈਲੈਂਸ ਹੈ ਉਹਨਾਂ ਨੂੰ ਖਰਾਬ ਕਰਦੀਆਂ ਨੇ। ਰਾਦਰ ਮੈਂ ਫੇਵਰ ਕਰਦਾ ਕਿ ਜਿਹੜੀਆਂ ਇਹ ਸਲੀਪ ਹਾਈਜੀਨ ਹੈਗੀ ਹੈ, ਅੱਛਾ ਖਾਣਾ, ਸਲੀਪ ਹਾਈਜੀਨ ਨੂੰ ਮੇਨਟੇਨ ਕਰਨਾ, ਰੈਗੂਲਰ ਐਕਸਰਸਾਈਜ਼ ਕਰਨਾ, ਯੋਗਾ ਕਰਨਾ, ਔਰ ਕੁਝ ਟੈਕਨੀਕਸ ਹੁੰਦੀਆਂ ਜਿਨ੍ਹਾਂ ਨੂੰ ਜਿਵੇਂ ਅਸੀਂ ਪ੍ਰੋਗਰੈਸਿਵ ਮਸਕੂਲਰ ਰਿਲੈਕਸੇਸ਼ਨ ਟੈਕਨੀਕ ਕਹਿੰਦੇ ਹਾਂ। ਸੋ ਇਹ ਟੈਕਨੀਕਸ ਦੇ ਨਾਲ ਅੱਛੀ ਜਿਹੜੀ ਨੀਂਦ ਹੈਗੀ ਆ ਉਹ ਵੈਸੇ ਹੀ ਆ ਸਕਦੀ ਹੈਗੀ ਆ। ਔਰ ਬੈਂਜ਼ੋਡਾਈਜ਼ੀਪੀਨ ਡਿਪੈਂਡੈਂਸ ਜਿਹੜੀ ਹੈਗੀ ਹੈ ਇਹ ਸਾਨੂੰ ਵੀ, ਸਮਾਜ ਨੂੰ ਵੀ, ਔਰ ਲੋਕਾਂ ਨੂੰ ਵੀ, ਔਰ ਸਰਕਾਰ ਨੂੰ ਵੀ ਭਲੀ ਭਾਂਤੀ ਪਤਾ ਹੈ ਕਿ ਬੈਂਜ਼ੋਡਾਈਜ਼ੀਪੀਨ ਡਿਪੈਂਡੈਂਸ ਦੇ ਬਹੁਤ ਸਾਰੇ ਦੁਸ਼ਪ੍ਰਭਾਵ ਹੈਗੇ ਹੈ। ਇਸੇ ਕਰਕੇ ਹੀ ਸਰਕਾਰ ਨੇ ਇਹਨਾਂ ਨੂੰ ਬੈਂਡ ਕੈਟਾਗਰੀ ਆਫ ਮੈਡੀਕੇਸ਼ਨ ਦੇ ਅੰਦਰ ਜਿਹੜਾ ਹੈਗਾ ਉਹ ਪਾਇਆ ਹੈਗਾ। ਸੋ ਸਾਨੂੰ ਇਹ ਚਾਹੀਦਾ ਕਿ ਇਸ ਚੀਜ਼ ਨੂੰ ਅਸੀਂ ਨੋਟ ਕਰੀਏ, ਜਿਹੜੀਆਂ ਜੇ ਕਿਸੇ ਨੂੰ ਇਹ ਸਾਰੇ ਮੈਜਰਸ ਲੈਣ ਤੋਂ ਬਾਅਦ ਵੀ ਨਹੀਂ ਨੀਂਦ ਆ ਰਹੀ, ਸਲੀਪ ਹਾਈਜੀਨ ਮੇਨਟੇਨ ਕਰਕੇ, ਐਕਸਰਸਾਈਜ਼ ਕਰਕੇ, ਜਾਂ ਡੀ ਸਟ੍ਰੈਸ ਆਪਣੇ ਆਪ ਨੂੰ ਕਰਕੇ PMR ਦੇ ਨਾਲ ਫਿਰ ਵੀ ਨਹੀਂ ਨੀਂਦ ਆ ਰਹੀ, ਫਿਰ ਇੱਕ ਮਾਹਿਰ ਡਾਕਟਰ ਦੀ ਸਲਾਹ ਜਿਹੜੀ ਹੈਗੀ ਹੈ ਉਹ ਲੈ ਲਈ ਜਾਵੇ, ਤਾਂ ਜੋ ਤੁਹਾਡੀ ਜਿਹੜੀ ਬੇਸਿਕ ਪ੍ਰਾਇਮਰੀ ਇਲਨੈਸ ਆ ਉਹਨੂੰ ਆਇਡੈਂਟੀਫਾਈ ਕਰਕੇ ਉਹਦਾ
ਅੱਛੇ ਤਰੀਕੇ ਦੇ ਨਾਲ ਇਨੀਸ਼ੀਅਲੀ ਹੀ ਟ੍ਰੀਟਮੈਂਟ ਕੀਤਾ ਜਾ ਸਕੇ, ਨਾ ਕਿ ਉਹਨੂੰ ਵਧਣ ਦਿੱਤਾ ਜਾਵੇ। ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੀਆਂ ਮੈਡੀਸਨਸ ਜਿਹੜੀਆਂ ਲੋਕੀ ਲੈਂਦੇ ਨੇ ਆਪਣੇ ਆਪ ਲੈਂਦੇ ਨੇ, ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆ ਰਹੇ ਹੋਣੇ ਇਸ ਤਰ੍ਹਾਂ ਦੇ ਕਿ ਜਿਹੜੇ ਸੈਲਫ ਮੈਡੀਕੇਸ਼ਨ ਕਰਦੇ ਨੇ, ਇਸ ਤਰ੍ਹਾਂ ਦਵਾਈਆਂ ਲੈਂਦੇ ਨੇ ਆਪਣੇ ਆਪ। ਕਿਸ ਤਰ੍ਹਾਂ ਦੇ ਪ੍ਰਭਾਵ ਉਹਨਾਂ ਤੇ ਦੇਖਣ ਨੂੰ ਮਿਲਦੇ ਆ, ਕਿੰਨਾ ਕੁ ਸੀਰੀਅਸਨੈਸ ਇਹ 'ਚ ਇਨਵੋਲਵਡ ਹੈ, ਕਿ ਕਿੰਨਾ ਕੁ ਪੇਸ਼ੈਂਟ ਨੂੰ ਮਤਲਬ ਜ਼ਹਿਨੀ ਤੌਰ ਤੇ ਜਾਂ ਕਿੰਨਾ ਕੁ ਨੁਕਸਾਨ ਹੋ ਸਕਦਾ? ਦੇਖੋ, ਕਈ ਪੇਸ਼ੈਂਟਸ ਨੂੰ ਮੇਰੇ ਕੋਲ, ਕਿਉਂਕਿ ਪੇਸ਼ੈਂਟ ਰੈਫਰ ਉਦੋਂ ਹੁੰਦੇ ਨੇ ਜਦੋਂ ਉਹਨਾਂ ਨੂੰ ਕਾਫੀ ਸਾਰੇ ਦੁਸ਼ਪ੍ਰਭਾਵ ਆ ਜਾਂਦੇ ਨੇ। ਸੋ ਮੇਰੇ ਕੋਲ ਉਹ ਵੀ ਪੇਸ਼ੈਂਟਸ ਆਉਂਦੇ ਜਿਨ੍ਹਾਂ ਨੂੰ ਬਹੁਤ ਘੱਟ ਦੁਸ਼ਪ੍ਰਭਾਵ ਹੁੰਦੇ ਨੇ, ਪਰ ਉਹ ਵੀ ਪੇਸ਼ੈਂਟਸ ਆਉਂਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ। ਸੋ ਅਗਰ ਮੈਂ ਗੱਲ ਬਹੁਤ ਜ਼ਿਆਦਾ ਵਾਲਿਆਂ ਦੀ ਕਰਾਂ, ਤੇ ਬਹੁਤ ਜ਼ਿਆਦਾ ਦੇ ਅੰਦਰ ਕਈ ਵਾਰੀ ਡਿਲੀਰੀਅਮ ਆ ਜਾਂਦਾ ਹੈ ਬਜ਼ੁਰਗਾਂ ਦੇ ਅੰਦਰ, ਔਰ ਮੈਮਰੀ ਡਿਸਟਰਬੈਂਸਿਸ ਜਿਹੜੀਆਂ ਹੈਗੀਆਂ ਨੇ ਕਾਫੀ ਜ਼ਿਆਦਾ ਹੁੰਦੀਆਂ ਨੇ। ਫਿਰ ਡਿਪੈਂਡੈਂਸ ਹੈਗੀ ਹੈ ਇਹਨਾਂ ਮੈਡੀਕੇਸ਼ਨਸ ਦੇ ਉੱਤੇ। ਫਿਰ ਲਿਵਰ ਤੇ ਮਾੜਾ ਅਸਰ ਜਿਹੜਾ ਹੈਗਾ ਉਹ ਕਾਫੀ ਦੇਖਣ ਨੂੰ ਮਿਲਦਾ ਹੈ, ਐਸਜੀਓਟੀਪੀਟੀ ਲੋਕਾਂ ਦੇ ਵੱਧ ਜਾਂਦੇ ਆ। ਖਾਸ ਕਰ ਇਹ ਜਿਹੜੇ ਇਫੈਕਟਸ ਦੀ ਮੈਂ ਗੱਲ ਕਰ ਰਿਹਾ, ਇਹ ਬਜ਼ੁਰਗਾਂ ਦੇ ਇਫੈਕਟਸ ਦੀ ਗੱਲ ਕਰ ਰਿਹਾ। ਯੰਗ ਪੋਪੂਲੇਸ਼ਨ ਦੇ ਅੰਦਰ ਵਰਕ ਕਪੈਸਿਟੀ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ, ਵੀ ਸਵੇਰੇ ਉੱਠਦੇ ਨੇ ਫਰੈਸ਼ਨੈਸ ਨਹੀਂ ਹੈਗੀ, ਔਰ ਆਫਿਸ ਜਾਣਾ ਹੈਗਾ, ਨੀਂਦ ਦੀ ਗੋਲੀ ਲੈ ਤਾਂ ਲਈ, ਪਰ ਮਾਰਨਿੰਗ ਦੇ ਅੰਦਰ ਜਿਹੜੀ ਉਹਦੀ ਡਿਜ਼ੀਨੈਸ ਜਾਂ ਉਹਦੀ ਉਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਰਹਿੰਦੀਆਂ ਨੇ। ਫਿਰ ਫੋਕਸ ਔਰ ਅਟੈਂਸ਼ਨ ਦਾ ਲਾਸ ਜਿਹੜਾ ਹੈਗਾ ਉਹ ਯੰਗ ਬੰਦਿਆਂ ਦੇ ਅੰਦਰ ਬਹੁਤ ਜ਼ਿਆਦਾ ਕਾਮਨਲੀ ਦੇਖਣ ਨੂੰ ਮਿਲਦਾ ਹੈਗਾ। ਫਿਰ ਲਿਵਰ ਤੇ ਕਿਡਨੀ ਦੇ ਇਫੈਕਟਸ ਅਸੀਂ ਸਾਰੇ ਹੀ ਜਾਣਦੇ ਹੈਗੇ ਹਾਂ। ਕਾਰਡੀਅਕ ਇਫੈਕਟਸ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਉਹ ਅਸੀਂ ਕਾਫੀ ਤੌਰ ਤੇ ਜਾਣਦੇ ਹੀ ਹੈਗੇ ਇਹਨਾਂ ਦੇ ਇਫੈਕਟਸ ਜਿਹੜੇ ਹੈਗੇ ਆ। ਮੈਂ ਅਗਰ ਕੋਗਨੀਟਿਵ ਇਫੈਕਟਸ ਦੀ ਗੱਲ ਕਰਾਂ, ਯਾਨੀ ਕਿ ਲਾਸ ਆਫ ਮੈਮਰੀ, ਲਾਸ ਆਫ ਅਟੈਂਸ਼ਨ, ਲਾਸ ਆਫ ਕਨਸੈਂਟਰੇਸ਼ਨ, ਵਰਡ ਫਾਈਂਡਿੰਗ ਡਿਫਿਕਲਟੀਜ਼ ਜਿਹੜੀਆਂ ਹੈਗੀਆਂ ਨੇ, ਇਹ ਸਾਰੀਆਂ ਯੰਗ ਪੀਪਲ ਦੇ ਅੰਦਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ। ਔਰ ਯੰਗ ਲੋਕ ਹੀ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਅੱਜ ਕੱਲ੍ਹ ਸਟ੍ਰੈਸ ਜ਼ਿਆਦਾ ਰਹਿ ਰਿਹਾ ਹੈਗਾ। ਔਰ ਸੈਡਲੀ ਸ਼ਾਰਟਕਟ ਜਿਹੜਾ ਹੈਗਾ ਉਹ ਇਹ ਨੀਂਦ ਦੀਆਂ ਗੋਲੀਆਂ ਵਾਲਾ ਜਿਹੜਾ ਹੈਗਾ ਇਹ ਸ਼ਾਰਟਕਟ ਹੈਗਾ। ਪਰ ਮੈਂ ਇਹਦੇ ਅਗੇਂਸਟ ਕਾਫੀ ਲੋਕਾਂ ਨੂੰ ਡਿਸਐਡਵਾਈਜ਼ ਕਰੂੰਗਾ ਕਿ ਇਹ ਸ਼ਾਰਟਕਟ ਮੈਥਡ ਨਾ ਯੂਜ਼ ਕਰਨ। ਇਟ ਇਜ਼ ਆਲਵੇਜ਼ ਬੈਟਰ ਕਿ ਅਗਰ ਤੁਹਾਨੂੰ 2 4 5 ਦਿਨ ਨੀਂਦ ਨਹੀਂ ਆ ਰਹੀ, ਔਰ ਤੁਸੀਂ ਆਪਣੇ ਜਿਹੜੇ ਇਹ ਮੈਜਰਸ ਹੈਗੇ ਨੇ ਸਲੀਪ ਹਾਈਜੀਨ ਔਰ ਯੋਗਾ ਔਰ ਰਿਲੈਕਸੇਸ਼ਨ ਔਰ ਐਕਸਰਸਾਈਜ਼ ਤੁਸੀਂ ਕਰਕੇ ਦੇਖ ਲਿਆ ਹੈ, ਤੇ ਮੈਂ ਇਹਨਾਂ ਚੀਜ਼ਾਂ ਦੇ ਫੇਵਰ 'ਚ ਹੈਗਾ ਕਿ ਤੁਸੀਂ ਇੱਕ ਡਾਕਟਰ ਨੂੰ ਜਾ ਕੇ ਚੈੱਕ ਕਰੋ। ਡਾਕਟਰ ਸਾਹਿਬ ਜਿਹੜਾ ਲਾਈਫ ਸਟਾਈਲ ਆ ਅੱਜ ਦਾ, ਸੈਡੀਐਂਟਰੀ ਲਾਈਫ ਸਟਾਈਲ ਆ, ਖਾਣ ਪੀਣ ਵੀ ਉੱਦਾਂ ਦਾ ਵਾ, ਜਿਹੜੀਆਂ ਚੀਜ਼ਾਂ ਹੈਗੀਆਂ, ਤੁਸੀਂ ਕੀ ਇਸ ਬਾਰੇ ਯੰਗ ਜਿਹੜਾ ਯੂਥ ਹੈ ਖਾਸ ਤੌਰ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਅਜਿਹਾ ਤਰੀਕੇ ਦਾ ਹੀ ਉਹਨਾਂ ਦਾ ਲਾਈਫ ਸਟਾਈਲ ਚੱਲਦਾ ਰਿਹਾ? ਦੇਖੋ, ਲਾਈਫ ਸਟਾਈਲ ਸਾਡਾ ਬਹੁਤ ਕੰਟਰੀਬਿਊਟ ਕਰਦਾ ਹੈ ਸਾਡੀ ਓਵਰਆਲ ਵੈਲਬੀਂਗ ਨੂੰ। ਓਵਰਆਲ ਵੈਲਬੀਂਗ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ 1/3 ਆਫ ਦੀ ਓਵਰ ਵੈਲਬੀਂਗ ਇਜ਼ ਸਲੀਪ। ਸੋ ਅਗਰ ਸਲੀਪ ਅੱਛੀ ਆ ਰਹੀ ਹੈਗੀ ਹੈ ਤਾਂ ਸਾਡਾ ਲਾਈਫ ਸਟਾਈਲ ਬਹੁਤ ਅੱਛਾ ਰਹਿੰਦਾ। ਪਰ ਸਲੀਪ ਅੱਛੀ ਆਉਣ ਦੇ ਲਈ ਔਰ ਸਾਡੀ ਜਿਹੜੀ ਓਵਰਆਲ ਵੈਲਬੀਂਗ ਵਾਸਤੇ ਸਾਡਾ ਬੈਲੈਂਸਡ ਲਾਈਫ ਸਟਾਈਲ ਬਹੁਤ ਜ਼ਰੂਰੀ ਹੈ। ਬੈਲੈਂਸ ਲਾਈਫ ਸਟਾਈਲ ਦੇ ਅੰਦਰ ਮੈਂ ਇਹ ਗੱਲ ਕਹੂੰਗਾ ਕਿ ਜਿਵੇਂ ਰੈਗੂਲਰ ਐਕਸਰਸਾਈਜ਼ ਕਰਨਾ, weight ਦਾ ਤਾਂ ਆਪਣੇ ਦਾ ਧਿਆਨ ਰੱਖਣਾ, ਬੈਲੈਂਸਡ ਡਾਈਟ ਲੈਣਾ, ਔਰ ਆਪਣੀ ਲਾਈਫ ਨੂੰ ਇੱਕ ਬੈਲੈਂਸ 'ਚ ਲੈ ਕੇ ਆਉਣਾ। ਐਲਕੋਹਲ, ਡਰੱਗਸ, ਨੀਂਦ ਦੀਆਂ ਗੋਲੀਆਂ, ਇਹਨਾਂ ਸਾਰਿਆਂ ਦਾ ਪ੍ਰਯੋਗ ਘੱਟੋ ਘੱਟ ਕਰਨਾ, ਇਹ ਸਾਡੀ ਇੱਕ ਬੈਲੈਂਸਡ ਲਾਈਫ ਸਟਾਈਲ ਦਾ ਇੱਕ ਅੱਛਾ ਹਿੱਸਾ ਹੋਣਾ ਚਾਹੀਦਾ। ਅੱਛੇ ਲੋਕਾਂ ਦੇ ਵਿੱਚ ਬੈਠੋ, ਅੱਛੇ ਵਿਚਾਰ ਵਟਾਂਦਰਾ ਕਰੋ, ਆਪਣੇ ਆਪ ਨੂੰ ਰਿਲੀਜਨ ਦੇ ਨਾਲ ਜੋੜ ਕੇ ਰੱਖੋ, ਰਿਲੀਜਨ ਜਾਂ ਅਧਿਆਤਮ ਦੇ ਨਾਲ ਜੋੜ ਕੇ ਰੱਖੋ ਆਪਣੇ ਆਪ ਨੂੰ, ਤਾਂ ਕਿ ਮਾਈਂਡ ਜਿਹੜਾ ਹੈਗਾ ਉਹ ਪੀਸਫੁਲ ਰਵੇ ਔਰ ਰਿਲੈਕਸਡ ਰਵੇ। ਫਿਰ ਆਪਣੇ ਆਪ ਦੇ ਜਿਹੜੇ ਰਿਲੇਸ਼ਨਸ਼ਿਪਸ ਹੈਗੇ ਤੁਹਾਡੇ ਅਰਾਊਂਡ ਹੈਗੇ ਨੇ, ਤੁਹਾਡੀ ਫੈਮਿਲੀ ਹੈਗੀ ਹੈ, ਤੁਹਾਡੀ ਜਿਹੜੇ ਸੋਸ਼ਲ ਸਰਕਲ ਹੈਗਾ, ਉਹਨਾਂ ਦੇ ਨਾਲ ਅੱਛਾ ਔਰ ਹੈਲਦੀ ਟਾਈਮ ਸਪੈਂਡ ਕਰੋ। ਅੱਛੇ ਵਿਚਾਰ ਜਿਹੜੇ ਹੈਗੇ ਨੇ ਉਹ ਆਪਣੀ ਫੈਮਿਲੀ ਦੇ ਨਾਲ ਸਾਂਝੇ ਕਰੋ, ਔਰ ਆਪਣੀ ਫੈਮਿਲੀ ਨੂੰ ਇੱਕ ਬਫਰ ਦੀ ਤਰ੍ਹਾਂ ਯੂਜ਼ ਕਰੋ। ਆਪਣੇ ਬੱਚਿਆਂ ਨਾਲ ਅੱਛਾ ਟਾਈਮ ਸਪੈਂਡ ਕਰੋ ਤਾਂ ਕਿ ਬੱਚੇ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ। ਆਪਣੇ ਪੇਰੈਂਟਸ ਨਾਲ ਅੱਛਾ ਟਾਈਮ ਸਪੈਂਡ ਕਰੋ ਤਾਂ ਕਿ ਜਿਹੜਾ ਜੀਰੈਟਿਕ ਡਿਪਰੈਸ਼ਨ ਯਾਨੀ 올ਡ ਏਜ ਡਿਪਰੈਸ਼ਨ ਵਗੈਰਾ ਹੈਗਾ ਜਿਹਦੇ ਕਰਕੇ ਬਜ਼ੁਰਗ ਦਵਾਈ ਲੈਂਦੇ ਨੇ, ਉਹਨਾਂ ਨੂੰ ਲੋੜ ਹੀ ਨਾ ਪਵੇ। ਸੈਰ ਜ਼ਰੂਰ ਕਰੋ। ਅਰਲੀ ਮਾਰਨਿੰਗ ਦੇ ਅੰਦਰ ਉੱਠ ਕੇ ਤੁਸੀਂ ਜਿੱਥੇ ਵੀ ਜਾਣਾ ਪਸੰਦ ਕਰਦੇ ਹੋ, ਜੇ ਗੁਰਦੁਆਰੇ ਜਾਣਾ ਪਸੰਦ ਕਰਦੇ ਹੋ, ਕੋਸ਼ਿਸ਼ ਕਰੋ ਕਿ ਆਪਣੇ ਨਜ਼ਦੀਕ ਦੇ ਗੁਰਦੁਆਰੇ ਵਾਕ ਕਰਕੇ ਚਲੇ ਜਾਓ। ਸੋ ਇਹ ਚੀਜ਼ਾਂ ਨੂੰ ਅਗਰ ਅਸੀਂ ਛੋਟੇ ਛੋਟੇ ਚੇਂਜਸ ਜਿਹੜੇ ਆਪਣੀ ਲਾਈਫ ਦੇ ਅੰਦਰ ਲੈ ਕੇ ਆਵਾਂਗੇ, ਦੇ ਵਿਲ ਕੰਟਰੀਬਿਊਟ ਟੂ ਅ ਗੁੱਡ ਐਕਸਟੈਂਟ ਟੂ ਆਰ ਓਵਰਆਲ ਵੈਲਬੀਂਗ ਵਿਚ ਇਨਕਲੂਡ ਸਲੀਪ। ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ। ਅੱਜ ਕੱਲ੍ਹ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ, ਤੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੀ ਵੀ ਨੀਂਦ ਉੱਡੀ ਹੋਈ ਹੈ ਅੱਜ ਕੱਲ੍ਹ। ਕੀ ਸਲਾਹ ਦੇਣਾ ਚਾਹੋਗੇ ਜੇ ਕੋਈ
ਸੁਣਦਾ ਹੈ ਦੇਖਦਾ ਹੈ, ਕਿਉਂਕਿ ਇੱਕ ਦੂਜੇ ਨੂੰ ਗਾਲਾਂ ਵੀ ਬੜੀਆਂ ਕੱਢਦੇ ਨੇ, ਇੱਕ ਦੂਜੇ ਤੇ ਅੱਜ ਕੱਲ ਤੇ ਮਤਲਬ ਨਿੱਜੀ ਹਮਲੇ ਜ਼ਿਆਦਾ ਕਰਦੇ ਨੇ, ਤੇ ਇਸ ਕਰਕੇ ਉਹਨਾਂ ਦੀਆਂ ਨੀਂਦਾਂ ਵੀ ਉੱਡ ਜਾਂਦੀਆਂ। ਚਲੋ ਇਲੈਕਸ਼ਨ ਦਾ ਰਿਜ਼ਲਟ ਕੀ ਆਉਣਾ, ਕਿਵੇਂ ਉਹਦੇ ਉੱਤੇ ਤੁਸੀਂ ਲੜਾਈ ਝਗੜੇ ਰੋਕਣੇ ਆ, ਕਿਵੇਂ ਉਹਦੇ ਨਤੀਜੇ ਜਾਂ ਜੋ ਵੀ ਆ, ਉਹ ਸਟ੍ਰੈਸ ਵੱਖਰਾ, ਪਰ ਅੱਜ ਕੱਲ ਨਿੱਜੀ ਹਮਲੇ ਬਹੁਤ ਹੁੰਦੇ ਨੇ, ਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਦੇਖੋ, ਇਲੈਕਸ਼ਨ ਸਾਡੇ ਲੋਕਤੰਤਰ ਦਾ ਇੱਕ ਸਤੰਭ ਹੈ। ਸੋ ਇਲੈਕਸ਼ਨ ਹੋਣਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਹੀ ਲੋਕਤੰਤਰ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਹੈ, ਜਾਂ ਜਿਹੜੀ ਗਵਰਨਿੰਗ ਹੈਗੀ ਹੈ, ਸਾਡੇ ਦੇਸ਼ ਨੂੰ ਚਲਾਉਣ ਵਾਲੀ ਗਵਰਨਿੰਗ ਪਾਰਟੀ ਜਿਹੜੀ ਹੈਗੀ ਹੈ, ਜਾਂ ਸਾਡੀ ਗਵਰਨਮੈਂਟ ਹੈਗੀ ਹੈ, ਉਹ ਫਾਰਮ ਹੁੰਦੀ ਹੈ। ਇਹ ਮੈਂ ਇਸ ਤਰੀਕੇ ਕੰਪੇਅਰ ਕਰ ਸਕਦਾ, ਜਿਸ ਤਰ੍ਹਾਂ ਬੱਚਿਆਂ ਦਾ ਐਗਜ਼ਾਮ ਆਉਣਾ ਹੁੰਦਾ ਜਾਂ ਕੋਈ ਐਂਟਰੈਂਸ ਐਗਜ਼ਾਮ ਦੇ ਰਹੇ ਹੁੰਦੇ ਆ, ਇਹ ਉਨਾ ਕੁ ਸਟ੍ਰੈਸ ਜਿਹੜਾ ਹੈਗਾ ਸਾਡੇ ਲੀਡਰਸ ਤੇ ਵੀ ਹੁੰਦਾ, ਉਨਾ ਹੀ ਸਟ੍ਰੈਸ ਸਾਡੇ ਸਟੂਡੈਂਟਸ ਦੇ ਉੱਤੇ ਹੁੰਦਾ ਹੈ ਐਂਟਰੈਂਸ ਐਗਜ਼ਾਮ ਦਾ। ਸੋ ਇਹਨੂੰ ਸਟ੍ਰੈਸ ਨੂੰ ਹੈਲਦੀ ਵੇ 'ਚ ਲੈਣਾ ਚਾਹੀਦਾ, ਇਹ ਸਟ੍ਰੈਸ ਨੂੰ ਗਿਵ ਇਨ ਨਹੀਂ ਕਰਨਾ ਚਾਹੀਦਾ ਆਪਣੇ ਆਪ ਨੂੰ। ਔਰ ਇਹ ਸਟ੍ਰੈਸ ਤੋਂ ਜਿਹੜੇ ਜੇਤੂ ਹੁੰਦੇ ਨੇ, ਉਹੀ ਐਗਜ਼ਾਮ ਕਲੀਅਰ ਕਰਦੇ ਨੇ ਔਰ ਉਹੀ ਇਲੈਕਸ਼ਨ ਜਿੱਤਦੇ ਨੇ, ਕਿਉਂਕਿ ਆਪਣੇ ਆਪ ਨੂੰ ਇਸ ਦੌਰ ਦੇ ਅੰਦਰ ਸੰਭਾਲ ਕੇ ਰੱਖਣਾ ਔਰ ਆਪਣੇ ਜ਼ਹਿਨ ਤੇ ਔਰ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ, ਇਹ ਬਹੁਤ ਜ਼ਰੂਰੀ ਹੈ ਇਲੈਕਸ਼ਨਸ ਦੇ ਅੰਦਰ। ਔਰ ਜਿਹੜੀਆਂ ਤੁਸੀਂ ਨੀਂਦ ਉੱਡਣ ਦੀ ਗੱਲ ਕਰ ਰਹੇ ਹੈਗੇ ਹੋ, ਜਿਹੜੇ ਪ੍ਰੂਡੈਂਟ ਲੀਡਰਸ ਨੇ, ਜਿਹੜੇ ਸੂਝਵਾਨ ਲੀਡਰਸ ਨੇ, ਉਹਨਾਂ ਦੀ ਨੀਂਦ ਇਹਨਾਂ ਛੋਟੀਆਂ ਚੀਜ਼ਾਂ ਦੇ ਨਾਲ ਨਹੀਂ ਉੱਡਦੀ। ਜਿਹੜੇ ਕਾਗ ਲੀਡਰ ਨੇ ਜਿਹੜੇ ਜਿਹੜੇ ਸਾਡੇ ਜਿਹੜੇ ਲੀਡਰ ਨੇ, ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਦਾ ਮਾਦਾ ਰੱਖਦੇ ਨੇ, ਜਾਂ ਉਸ ਚੀਜ਼ ਦੀ ਪ੍ਰੂਡੈਂਸ ਰੱਖਦੇ ਨੇ ਔਰ ਉਸ ਚੀਜ਼ ਦੀ ਇੰਟੈਲੀਜੈਂਸ ਰੱਖਦੇ ਨੇ, ਉਹਨਾਂ ਲੋਕਾਂ ਦੀ ਨੀਂਦ ਇਹਨਾਂ ਛੋਟੀਆਂ ਚੀਜ਼ਾਂ ਦੇ ਨਾਲ ਨਹੀਂ ਉੱਡਦੀ। ਨੀਂਦ ਉਹਨਾਂ ਦੀ ਉੱਡਦੀ ਨਹੀਂ ਹੈ ਜਿਹੜੇ ਕਮਜ਼ੋਰ ਲੀਡਰਸ ਨੇ, ਜਿਨ੍ਹਾਂ ਨੇ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਵੀ, ਕਿ ਅੱਜ ਹੀ ਵਿਕਰਮ ਮਜੀਠੀਆ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਤੇ ਇੱਕ ਕੇਸ ਵੀ ਚੱਲ ਰਿਹਾ, ਬੜਾ ਵੱਡਾ ਕੇਸ ਚੱਲ ਰਿਹਾ, ਉੱਪਰੋਂ ਤੁਸੀਂ ਦੋ ਹਲਕਿਆਂ 'ਚ ਪੰਗਾ ਲੈ ਲਿਆ, ਤੇ ਕਿਵੇਂ ਕਰੋਗੇ, ਕਿਵੇਂ ਮੈਨੇਜ ਕਰੋਗੇ? ਔਰ ਤੁਹਾਡਾ ਜਿਹੜਾ ਪਹਿਲੋਂ ਤੁਸੀਂ ਗੱਲ ਕਹੀ ਸੀ ਅਧਿਆਤਮ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਉਹ ਕਹਿੰਦੇ ਜੀ ਮੈਂ ਪਾਠ ਪੂਜਾ ਕਰਦਾ ਵਾਂ ਤੇ ਮਤਲਬ ਵਾਹਿਗੁਰੂ ਦਾ ਨਾਂ ਜਪਦਾ ਵਾਂ, ਤੇ ਉਹਦੇ ਕਰਕੇ ਸਾਰੇ ਸਟ੍ਰੈਸ ਮੈਂ ਲੈ ਲੈਣਾ ਕਿ ਜੋ ਦੇਖਣਾ ਤੂੰ ਦੇਖੇ। ਤੁਹਾਡੀ ਉਹ ਗੱਲ ਜਿਹੜੀ ਅਪਰੂਵ ਹੁੰਦੀ ਹੈ? ਦੇਖੋ, ਅਧਿਆਤਮ ਨਾਲ ਜੁੜਨਾ ਆਪਣੇ ਆਪ ਨੂੰ ਜਿਹੜਾ ਹੈਗਾ ਹੈ ਕਿ ਡੀ-ਸਟ੍ਰੈਸ ਰੱਖਣ ਦਾ ਇੱਕ ਬਹੁਤ ਵਧੀਆ ਤਰੀਕਾ ਹੈਗਾ, ਕਿਉਂਕਿ ਜਦੋਂ ਤੁਸੀਂ ਇਹ ਚੀਜ਼ ਨੂੰ ਸਮਝਦੇ ਹੋ ਕਿ ਤੁਸੀਂ ਇੱਕ ਬੜੇ ਥੋੜ੍ਹੇ ਸਮੇਂ ਦੇ ਲਈ ਇਸ ਦੁਨੀਆ 'ਤੇ ਆਏ ਹੋ, ਔਰ ਉਹ ਜਿਹੜਾ ਥੋੜ੍ਹਾ ਸਮਾਂ ਹੈਗਾ ਉਹ ਕੁਝ ਸਾਲਾਂ ਦਾ ਹੀ ਸਮਾਂ, ਦੁਨੀਆ ਯੁੱਗਾਂ ਯੁਗਾਂਤਰਾਂ ਤੋਂ ਇੱਥੇ ਰਹੀ ਹੈ, ਤੇ ਜਿਹੜਾ ਉਹ ਸਮਾਂ ਹੈਗਾ ਉਹ 40 50 60 70 80 ਸਾਲ ਦਾ ਸਮਾਂ ਹੈ। ਤਾਂ ਇਹ ਜਿਹੜਾ ਸਮਾਂ ਹੈਗਾ ਹੈ, ਇਹ ਜੇ ਖੁਸ਼ ਹੋ ਕੇ ਰਿਲੈਕਸ ਹੋ ਕੇ ਬਿਤਾ ਲਾਂਗੇ ਔਰ ਅੱਛੇ ਤਰੀਕੇ ਦੇ ਨਾਲ ਬਿਤਾ ਲਾਂਗੇ, ਤਾਂ ਉਹੀ ਸਭ ਤੋਂ ਵੱਡੀ ਅਚੀਵਮੈਂਟ ਹੁੰਦੀ ਹੈ ਸਾਡੀ। ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਦੇ 'ਚ ਸਮਝ ਲਓ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੀ ਸਾਰਾ ਕੁਝ ਮੇਰਾ ਹੀ ਮੇਰਾ ਹੋ ਜਾਏ, ਤਾਂ ਉਹ ਪੋਸੀਬਲ ਨਹੀਂ ਹੈਗਾ, ਕਿਉਂਕਿ ਰਹਿਣਾ ਸਾਰਾ ਕੁਝ ਇੱਥੇ ਹੀ ਹੈ ਫਾਈਨਲੀ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ, ਰਹਿਣਾ ਸਭ ਨੇ ਇੱਥੇ ਹੀ ਹੈ। ਔਰ ਜਿਹੜੀਆਂ ਇਹ ਛੋਟੀਆਂ ਲੜਾਈਆਂ ਨੇ, ਇਹ ਪੈਟੀ ਵਾਰਸ ਮੈਂ ਇਹਨਾਂ ਨੂੰ ਕਹੂੰਗਾ, ਬੰਦੇ ਤੋਂ ਬੰਦੇ ਦੀ ਲੜਾਈ ਜਾਂ ਪਰਸਨਲ ਹਮਲੇ ਕਰਨਾ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਸਾਡੀ ਪੋਲੀਟਿਕਸ ਦੇ ਅੰਦਰ ਬੜਾ ਡੈਟਰੀਮੈਂਟਲ ਹੈ ਅੱਜ ਕੱਲ੍ਹ। ਇਹ ਚੀਜ਼ ਹੋਣੀ ਨਹੀਂ ਚਾਹੀਦੀ, ਮੈਚਿਓਰ ਪੋਲੀਟਿਕਸ ਹੋਣੀ ਚਾਹੀਦੀ। ਪੋਲੀਟਿਕਸ ਸ਼ੁੱਡ ਬੀ, ਜਿਹੜੇ ਮੁੱਦੇ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਜਾਂ ਸਾਡੇ ਯੂਥ ਨੂੰ ਅੱਗੇ ਲੈ ਕੇ ਜਾਣ ਵਾਲੇ ਮੁੱਦੇ ਨੇ, ਉਹਨਾਂ ਮੁੱਦਿਆਂ ਦੇ ਉੱਤੇ ਫਾਈਟ ਹੋਣੀ ਚਾਹੀਦੀ ਹੈ। ਫਾਈਟ ਪ੍ਰੋਗਰੈਸ਼ਨ ਦੀ ਹੋਣੀ ਚਾਹੀਦੀ ਹੈ, ਫਾਈਟ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਹੋਣੀ ਚਾਹੀਦੀ ਹੈ, ਨਾ ਕਿ ਰਿਲੀਜਨ ਦੀ। ਕਾਸਟ ਬੇਸਡ, ਰਿਲੀਜਨ ਬੇਸਡ ਪੋਲੀਟਿਕਸ ਜਿਹੜੀ ਹੈਗੀ ਹੈ, ਸਾਡਾ ਯੂਥ ਹੁਣ ਸਮਝਣ ਲੱਗ ਪਿਆ, ਇਹ ਰਿਡੰਡੈਂਟ ਹੋ ਗਈਆਂ ਨੇ। ਇਹ ਜਿਹੜੀ ਫਾਈਟ ਹੈਗੀ ਹੈ, ਇਹ ਬਹੁਤ ਛੋਟੀ ਔਰ ਨੈਰੋ ਮਾਈਂਡਡ ਫਾਈਟ ਹੈਗੀ ਹੈ। ਇਹ ਲੌਂਗ ਟਰਮ ਦੇ ਅੰਦਰ ਦੇਖੋ, ਲੀਡਰਸ ਲੌਂਗ ਟਰਮ ਦੇ ਅੰਦਰ ਉਹੀ ਸਰਵਾਈਵ ਕਰਦੇ ਨੇ ਜਿਹੜੇ ਦੂਰ ਅੰਦੇਸ਼ੀ ਦੇ ਨਾਲ ਚੱਲਦੇ ਨੇ। ਸਾਡਾ ਯੂਥ ਪੜ੍ਹਿਆ ਲਿਖਿਆ ਹੋਵੇ, ਸਾਡੇ ਦੇਸ਼ ਦੇ ਵਿੱਚ ਭੁੱਖਮਰੀ ਨਾ ਹੋਵੇ, ਹੰਗਰ ਨਾ ਹੋਵੇ, ਕਾਸਟ ਦੇ ਉੱਤੇ ਜਾਂ ਰਿਲੀਜਨ ਦੇ ਉੱਤੇ ਵਿਤਕਰਾ ਨਾ ਹੋਵੇ ਕਿਸੇ ਦੇ ਨਾਲ, ਇਹ ਚੀਜ਼ਾਂ ਦੇ ਉੱਤੇ ਫਾਈਟ ਹੋਣੀ ਚਾਹੀਦੀ ਹੈ। ਉਹ ਦੇਖਣ ਨੂੰ ਆਉਂਦਾ ਜੀ, ਅੱਜ ਕੱਲ੍ਹ ਵੀ ਅਸੀਂ ਗੱਲ ਕਰਦੇ ਹਾਂ, ਖੈਰ ਗੱਲ ਤੇ ਆਪਾਂ ਨੀਂਦ ਦੀ ਕਰ ਰਹੇ ਸੀ, ਤੇ ਇਹ ਵੀ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਜਾਤਾਂ ਪਾਤਾਂ 'ਚ ਵੰਡਿਆ ਵਾ, ਧਰਮ 'ਚ ਵੰਡਿਆ, ਉਹ ਪੋਲੀਟੀਸ਼ੀਅਨਸ ਨੇ ਵੰਡਿਆ, ਸਾਰੀਆਂ ਵੋਟਾਂ ਸਾਰਾ ਕੁਛ ਜਿਹੜਾ ਇਹ 'ਤੇ ਬੇਸਡ ਹੁੰਦਾ। ਖੈਰ ਹੁਣ ਇਸ ਗੱਲ ਨੂੰ ਅਸੀਂ ਮੁਕੰਮਲ ਕਰਦੇ ਹਾਂ, ਟੌਪਿਕ ਕਿਸੇ ਹੋਰ ਪਾਸੇ ਨੂੰ ਨਾ ਚਲਾ ਜਾਏ ਕਿ ਪੋਲੀਟੀਕਲ ਸਿਨੈਰੀਓ ਜਿਹੜਾ ਜੇ ਉਹ 'ਤੇ ਡਿਸਕਸ ਕਰਨਾ ਸ਼ੁਰੂ ਕਰੀਏ ਉਹ ਵੀ ਬੜਾ ਲੰਮਾ ਟੌਪਿਕ ਬਣ ਜਾਂਦਾ ਹੈ। ਅਤੇ ਅੱਜ ਅਸੀਂ ਗੱਲ ਕਰ ਰਹੇ ਸੀ ਨੀਂਦ ਦੀ।
ਹੈਲਦੀ ਲਾਈਫਸਟਾਈਲ ਹੋਣਾ ਬਹੁਤ ਜ਼ਰੂਰੀ ਹੈ। ਅਧਿਆਤਮ ਨਾਲ ਜੁੜੋ, ਮਿਊਜ਼ਿਕ ਨਾਲ ਜੁੜੋ, ਤੇ ਆਪੀ ਪੋਜ਼ਿਟਿਵਿਟੀ ਰਹਿੰਦੀ ਹੈ, ਤੇ ਨੀਂਦ ਵੀ ਚੰਗੀ ਆਉਂਦੀ ਹੈ। ਤੇ ਜੇ ਲੱਗਦਾ ਜਿਹੜੇ ਡਾਕਟਰ ਸਾਹਿਬ ਨੇ ਟਿਪਸ ਦੱਸੀਆਂ, ਬਹੁਤ ਵਧੀਆ ਟਿਪਸ ਦੱਸੀਆਂ, ਕਿਸੇ ਨੀਮ ਹਕੀਮ ਕੋਲ ਨਾ ਜਾਓ, ਤੇ ਜੇ ਫਿਰ ਵੀ ਤੁਹਾਡੀ ਨੀਂਦ ਨਹੀਂ ਠੀਕ ਹੁੰਦੀ ਤੇ ਕਿਸੇ ਮਾਹਿਰ ਡਾਕਟਰ ਕੋਲ ਜਾਓ, ਤੇ ਉਹਨਾਂ ਨਾਲ ਰਾਏ ਮਸ਼ਵਰਾ ਜ਼ਰੂਰ ਕਰੋ, ਔਰ ਉਸ ਚੀਜ਼ ਦਾ ਤੁਹਾਨੂੰ ਫਾਇਦਾ ਜ਼ਰੂਰ ਪਹੁੰਚੇਗਾ। ਬਹੁਤ ਬਹੁਤ ਧੰਨਵਾਦ ਜੀ।